ਅਸੀਂ ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ ਮਨੀ ਜੀ ਕਿ ਇਹ ਤੁਸੀਂ ਵੀ ਉਸੇ ਹੀ ਪੰਜਾਬ ਦੇ ਰਹਿਣ ਵਾਲੇ ਹੋ ਜਿੱਥੇ ਹਰ ਫਿਰਨੀ ਦੇ ਉੱਤੇ ਠੇਕਾ ਖੁੱਲਿਆ ਹੋਇਆ, ਜਿੱਥੇ ਨਸ਼ਿਆਂ ਦੀ ਗੱਲ ਹੋ ਰਹੀ ਹੈ, ਔਰ ਤੁਸੀਂ ਇਹ ਸੁਪਨਾ ਕਿਵੇਂ ਸਿਰਜਿਆ? ਪਿਆਜ਼ ਮੇਰਾ ਜਦੋਂ ਲੋਕ ਦੇਖਦੇ ਹੁੰਦੇ ਜੀ ਲੰਘਦੇ ਵੜਦੇ ਵੀ ਪਿਆਜ਼ ਦੀ, ਫਿਰ ਮੇਰੇ ਤੋਂ ਪਨੀਰੀ ਦੀ ਡਿਮਾਂਡ ਆਈ ਵੀ ਪਨੀਰੀ ਵੀ ਤੂੰ ਇੱਧਰ ਉੱਲੇ ਪਾਸੇ ਆ ਹੈ ਨਾ, ਤੇਰਾ ਪਿਆਜ਼ ਵਧੀਆ ਹੁੰਦਾ ਵੀ ਸਾਨੂੰ ਪਨੀਰੀ ਅਵੇਲੇਬਲ ਕਰਾਇਆ ਕਰੋ। ਫਿਰ ਅਸੀਂ ਹੌਲੀ ਹੌਲੀ ਪਨੀਰੀਆਂ 'ਚ ਆ ਗਏ। ਹੁਣ ਮੇਰੇ ਕੁੱਲ ਰਕਬਾ ਜੀ ਮੇਰਾ ਫਾਰਮ ਦਾ 10 ਏਕੜ ਹੈ। ਰਵਾਇਤੀ ਖੇਤੀ ਨਾਲੋਂ ਪ੍ਰਤੀ ਏਕੜ ਕਿੰਨਾ ਕੁ ਫਰਕ ਤੁਹਾਨੂੰ ਲੱਗਦਾ ਹੈ? ਸਰ ਰਵਾਇਤੀ ਖੇਤੀ ਆ, ਦੇਖੋ ਜੀ ਆਪਾਂ ਕਣਕ ਦੀ ਹੋ ਗਈ, ਝੋਨੇ ਦੀ ਹੋ ਗਈ, ਇਹਨਾਂ ਨਾਲ ਤਾਂ ਇਹਦਾ ਡਿਫਰੈਂਟ ਕਾਫੀ ਆ। ਜੇ ਆਪਾਂ ਗੱਲ ਆਮਦਨ ਦੀ ਕਰੀਏ, ਗੱਲ ਆਮਦਨ ਦੀ ਵੀ ਨਹੀਂ, ਇਹਦੇ ਵਿੱਚ ਯਾਨੀ ਕਿ ਨਾਮ ਦੀ ਵੀ ਹੈ। ਤੁਹਾਡੀ ਨਾਮ ਤੁਹਾਡਾ ਬਹੁਤ ਉੱਚਾ ਹੁੰਦਾ ਇਹਦੇ ਕੰਮ ਨਾਲ। ਇਹ ਲੋਕ ਤਾਂ ਕਹਿੰਦੇ ਹੁੰਦੇ ਨੇ ਜੀ, ਲੋਕਾਂ ਨੇ ਬਥੇਰਾ ਕੁਛ ਕਿਹਾ ਪਹਿਲਾਂ ਵੀ, ਯਾਨੀ ਕਿ ਇਹਨਾਂ ਦੇ ਤਾਂ ਬਹੁਤ ਜ਼ਮੀਨ ਬਹੁਤ ਹੈ, ਇਹਨਾਂ ਦਾ ਕੀ ਲੋੜ ਹੈ, ਇਹਦਾ ਐਂ ਕਰਦੇ ਨੇ ਉਹ ਕਰਦੇ ਨੇ। ਚਲੋ ਜੀ ਅਸੀਂ ਜੇ ਐਂ ਵੀ ਕਰਦੇ ਹਾਂ ਉਹ ਵੀ ਕਰਦੇ ਹਾਂ, ਸਾਡੇ ਨਾਲ 20 ਘਰਾਂ ਦਾ ਰੁਜ਼ਗਾਰ ਜੁੜਿਆ ਹੋਇਆ ਜੀ। ਵਿਚੋਲੀਏ ਜੇ ਵਿੱਚ ਹੋਣਗੇ ਜੀ, ਹੁਣ ਅਸੀਂ 25 ਕੁਆਂਟਲ ਸ਼ਿਮਲਾ ਮਿਰਚ ਮੰਡੀ ਲੈ ਗਏ ਜੀ, ਉੱਥੋਂ ਅੱਗੇ ਵਪਾਰੀਆਂ ਨੇ ਚੱਕ ਲਈ, ਵਪਾਰੀਆਂ ਤੋਂ ਅੱਗੇ ਛੋਟੇ ਰੇਹੜੀ ਵਾਲਿਆਂ ਨੇ ਚੱਕ ਲਈ, ਰੇਹੜੀ ਵਾਲੇ ਹੀ ਅੱਗੇ ਘਰ ਘਰ ਸਬਜ਼ੀ ਵੇਚਾਉਂਦੇ ਨੇ। ਹੁਣ ਜੇ ਅਸੀਂ 25 ਕੁਆਂਟਲ ਮਿਰਚ ਲੈ ਕੇ ਕਹਿ ਦਈਏ ਵੀ ਅਸੀਂ ਆਪ ਵੇਚਾਂਗੇ ਤਾਂ ਉਹ ਨਹੀਂ ਵਿਕਦੀ। ਜੇ ਰੇਹੜੀ ਵਾਲੇ ਨੇ ਜੀ ਤਾਂ ਅਸੀਂ ਆ ਜੀ, ਦੇਖੋ ਸਾਡੀ ਲੇਬਰ ਹੈ, ਮੈਂ ਆ ਜੀ। ਸਰ ਦੇਖੋ ਅਸੀਂ ਕਿਸਾਨੀ ਸੰਘਰਸ਼ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਜੀ, ਉਹਨਾਂ ਦੇ ਨਾਲ ਆ। ਜਿਹੜੀ ਅਸੀਂ ਇਹ ਆਧੁਨਿਕ ਖੇਤੀ ਕਰਦੇ ਹਾਂ ਜਾਂ ਡਿਵੈਰੀਫਿਕੇਸ਼ਨ ਦੀ ਗੱਲ ਕਰਦੇ ਹਾਂ ਜੀ, ਇਹ ਸਾਰੀ ਅਸੀਂ ਜਿਵੇਂ ਹੁਣ ਮੇਰੇ ਲਈ 40 ਏਕੜ ਦਾ ਵਾਹਣ ਹੈ ਜੀ, 40 ਏਕੜ ਦੇ ਵਾਹਣ ਦੇ ਵਿੱਚੋਂ ਸਿਰਫ ਮੈਂ 10 ਕਿੱਲਿਆਂ ਦੀ ਖੇਤੀ ਕਰ ਰਿਹਾ ਆਧੁਨਿਕ ਤਰੀਕੇ ਨਾਲ। ਜਿਹੜੀ ਪੱਕੀ ਖੇਤੀ ਹੈ ਸਾਡੀ ਕਣਕ ਦੀ ਜਾਂ ਜੀਰੀ ਦੀ, ਉਹ ਦੇਖੋ ਸਰਕਾਰਾਂ 'ਤੇ ਹੀ ਡਿਪੈਂਡ ਹੈ, MSP 'ਤੇ ਪੂਰਨ ਤੌਰ 'ਤੇ ਡਿਪੈਂਡ ਹੈ ਜੀ। ਜੇ ਸਾਡਾ MSP ਨਹੀਂ ਰਿਹਾ ਜੀ ਫਿਰ ਤਾਂ ਗੱਲ ਹੀ ਖਤਮ ਹੈ ਜੀ। ਇਹ ਤਾਂ ਅਸੀਂ 10 ਕਿੱਲੇ ਨੇ ਜੀ, 40 ਕਿੱਲਿਆਂ 'ਚੋਂ ਅਸੀਂ 10 ਕਿੱਲੇ ਕਰਾਂ, 30 ਕਿੱਲੇ ਸਾਡੇ ਖਾਲੀ ਪਏ ਰਹਿਣਗੇ ਜੀ। ਉਹਦੇ ਕਰਕੇ ਮੈਨੂੰ ਜਿਵੇਂ ਹੁਣ ਫੁੱਲਾਂ ਦੀ ਮੰਡੀ ਹੈ, ਜਿਵੇਂ ਸਬਜ਼ੀ ਦੀ ਮੰਡੀ ਹੈ, ਬਾਹਰ ਕਰਨੀ ਪੈਂਦੀ ਆ, ਤਾਂ 3-3 ਵਜੇ ਉੱਠਣਾ ਵੀ ਪੈਂਦਾ ਜੀ, ਰਾਤਾਂ ਨੂੰ ਜਾਗਣਾ ਵੀ ਪੈਂਦਾ, ਜਾਣਾ ਵੀ ਪੈਂਦਾ ਜੀ, ਜੇ ਕੁਛ ਆਮਦਨ ਕਮਾਉਣੀ ਹੈ। ਹੁਣ ਪ੍ਰੋਗਰਾਮ ਫਾਰਮ ਹਾਊਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਇਸ ਵਕਤ ਵੇਖ ਰਹੇ ਹੋ ਸਾਡੇ ਚਾਰੇ ਪਾਸੇ ਰੰਗ ਬਿਰੰਗੇ ਫੁੱਲ ਨੇ, ਖੁਸ਼ਬੂ ਹੈ, ਔਰ ਇਹ ਇਲਾਕਾ ਸਾਡੇ ਪੰਜਾਬ ਦਾ ਹੀ ਹੈ। ਜਿਸ ਪੰਜਾਬ ਬਾਰੇ ਅਕਸਰ ਕਿਹਾ ਜਾ ਰਿਹਾ ਹੈ ਕਿ ਇੱਥੇ ਨੌਜਵਾਨ ਨਸ਼ੇ ਕਰਦੇ ਨੇ, ਕੋਈ ਇਹਨੂੰ ਉੜਦਾ ਪੰਜਾਬ ਕਹਿੰਦਾ ਹੈ, ਕੋਈ ਇਹਨੂੰ ਨਸ਼ਿਆਂ ਵਾਲਾ ਪੰਜਾਬ ਕਹਿੰਦਾ ਹੈ, ਪਰ ਇਸੇ ਹੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਨੌਜਵਾਨ ਨੇ ਜਿਨ੍ਹਾਂ ਨੇ ਜਿੱਥੇ ਉਹ ਰਹਿ ਰਹੇ ਨੇ ਆਪਣੇ ਸੁਪਨੇ ਕਿਵੇਂ ਉਹਨਾਂ ਨੇ ਸਾਕਾਰ ਕੀਤੇ ਆ। ਇਸੇ ਤਰ੍ਹਾਂ ਦੇ ਹੀ ਇੱਕ ਨੌਜਵਾਨ ਨਾਲ ਅਸੀਂ ਤੁਹਾਡੀ ਅੱਜ ਮੁਲਾਕਾਤ ਕਰਾਉਣ ਜਾ ਰਹੇ ਹਾਂ, ਜਿਸ ਨੇ ਉਹ ਸਾਰੇ ਭਰਮ, ਉਹ ਸਾਰੀਆਂ ਮਿੱਥਾਂ ਤੋੜ ਦਿੱਤੀਆਂ ਹੋਈਆਂ ਨੇ ਕਿ ਪੰਜਾਬ ਦਾ ਨੌਜਵਾਨ ਕੰਮ ਛੱਡਦਾ ਜਾ ਰਿਹਾ। ਪੰਜਾਬ ਦਾ ਨੌਜਵਾਨ ਕੰਮ ਨਹੀਂ ਛੱਡਦਾ ਜਾ ਰਿਹਾ, ਪੰਜਾਬ ਦਾ ਨੌਜਵਾਨ ਆਪਣੇ ਸੁਪਨੇ ਸਾਕਾਰ ਕਰਨ ਵਾਸਤੇ ਕਿਸ ਤਰ੍ਹਾਂ ਤਰਲੋ ਮੱਛੀ ਹੋ ਰਿਹਾ। ਇਹ ਮਿਸਾਲ ਹੈ ਮਨੀ ਕਲੇਰ ਜੀ ਦੀ, ਜੋ ਕਿ ਸੰਗਰੂਰ ਜ਼ਿਲ੍ਹੇ ਦੇ ਪਿੰਡ ਰਾਏ ਧਰਾਣਾ ਦੇ ਰਹਿਣ ਵਾਲੇ ਨੇ। ਇਹ ਪਿੰਡ ਪਾਤੜਾਂ ਤੋਂ ਲਹਿਰਾ ਗਾਗਾ ਸੜਕ ਦੇ ਉੱਤੇ ਕੋਈ 10 ਕਿਲੋਮੀਟਰ 'ਤੇ ਹੈ, ਔਰ ਇਸ ਫਾਰਮ ਦੀ ਜਦੋਂ ਅਸੀਂ ਤਸਵੀਰ ਵੇਖਦੇ ਹਾਂ ਤਾਂ ਇੰਝ ਲੱਗਦਾ ਹੈ ਕਿ ਅਸੀਂ ਸ਼ਾਇਦ ਜੋ ਲੋਕ ਬਾਹਰਲੇ ਮੁਲਕਾਂ 'ਚ ਹੋ ਕੇ ਆਏ ਜਾਂ ਜਿਨ੍ਹਾਂ ਨੇ ਉੱਥੋਂ ਦੀਆਂ ਤਸਵੀਰਾਂ ਵੀਡੀਓਜ਼ ਵੇਖੀਆਂ ਨੇ ਕਿ ਕੈਨੇਡਾ, ਅਮਰੀਕਾ, ਇੰਗਲੈਂਡ ਦੇ ਕਿਸੇ ਫਾਰਮ ਹਾਊਸ ਦੇ ਉੱਤੇ ਅਸੀਂ ਖੜ੍ਹੇ ਹਾਂ। ਮਨੀ ਜੀ, ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਹੈ। ਸਤਿ ਸ਼੍ਰੀ ਅਕਾਲ ਜੀ। ਕਿ ਤੁਸੀਂ ਪੰਜਾਬ ਦੇ ਵਿੱਚ ਇੱਥੇ ਇਸ ਇੱਕ ਬੈਲਟ ਦੇ ਵਿੱਚ ਇੰਨਾ ਵਧੀਆ ਮਾਹੌਲ ਸਿਰਜਿਆ ਕਿ ਸੱਚਮੁੱਚ ਇੰਝ ਲੱਗਦਾ, ਅੱਜ ਮੈਨੂੰ ਸੱਚਮੁੱਚ ਇੰਝ ਲੱਗਿਆ ਕਿ ਪੰਜਾਬ ਬਾਰੇ ਜਿਸ ਕਿਸਮ ਦੀ ਨਿਰਾਸ਼ਾ ਲੋਕਾਂ ਦੇ ਵਿੱਚ ਫੈਲੀ ਹੋਈ ਹੈ ਉਹ ਬਿਲਕੁਲ ਗਲਤ ਹੈ। ਅਸੀਂ ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ ਮਨੀ ਜੀ ਕਿ ਇਹ ਤੁਸੀਂ ਵੀ ਉਸੇ ਹੀ ਪੰਜਾਬ ਦੇ ਰਹਿਣ ਵਾਲੇ ਹੋ ਜਿੱਥੇ ਹਰ ਫਿਰਨੀ ਦੇ ਉੱਤੇ ਠੇਕਾ ਖੁੱਲਿਆ ਹੋਇਆ, ਜਿੱਥੇ ਨਸ਼ਿਆਂ ਦੀ ਗੱਲ ਹੋ ਰਹੀ ਹੈ, ਔਰ ਤੁਸੀਂ ਇਹ ਸੁਪਨਾ ਕਿਵੇਂ ਸਿਰਜਿਆ? ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਤੁਹਾਨੂੰ ਸਾਡੇ ਖੇਤ ਵਿੱਚ ਆਇਆਂ ਨੂੰ, ਸਾਰੀ ਟੀਮ ਨੂੰ, ਤੁਹਾਡੀ ਨੂੰ, ਗਲੋਬਲ ਪੰਜਾਬ ਦੀ ਨੂੰ ਮੈਂ ਜੀ ਆਇਆਂ ਆਖਦਾ ਜੀ। ਮੈਂ ਜੀ ਇਹ ਸੁਪਨਾ ਆਪਣਾ 2013 ਤੋਂ ਸਿਰਜਿਆ ਸੀ ਜੀ। ਅਸੀਂ ਨੇ ਕੰਟੈਕਟ ਫਾਰਮਿੰਗ 'ਚ ਖੇਤੀ ਸ਼ੁਰੂ ਕੀਤੀ ਸੀ ਫੁੱਲਾਂ ਦੀ, ਲਾਂਗੜੀਆਂ ਵਾਲਿਆਂ ਨਾਲ। 2 ਸਾਲ ਮੈਂ ਉਹਨਾਂ ਨਾਲ ਰਿਹਾ ਜੀ, ਮੇਰਾ ਚਲੋ ਨਹੀਂ ਉਹਨਾਂ ਨਾਲ ਸੈੱਟ ਬੈਠਿਆ। ਉਸ ਤੋਂ ਬਾਅਦ ਯਾਨੀ ਕਿ ਮੈਂ ਆਪਦੀ ਕੱਟ ਫਲਾਵਰ, ਲੂਜ਼ ਫਲਾਵਰ 'ਤੇ ਆ ਗਿਆ। ਮੈਰੀਗੋਲਡ, ਗਲੈਡੀਓਲਸ, ਗੁਲਾਬ, ਗੁਲਟੱਕ, 4-5 ਤਰ੍ਹਾਂ ਦੇ ਮੈਂ ਫੁੱਲ ਪੈਦਾ ਕਰਕੇ ਓਪਨ ਮੰਡੀ ਦੇ ਵਿੱਚ ਮੈਂ ਵੇਚਣੇ ਸ਼ੁਰੂ ਕੀਤੇ, ਜਿਵੇਂ ਕਿ ਦਿੱਲੀ ਹੋ ਗਈ, ਲੁਧਿਆਣਾ ਹੋ ਗਿਆ, ਪੰਜਾਬ ਦੇ ਸਾਰੇ ਵੱਡੇ ਸ਼ਹਿਰ ਆ, ਹਰਿਆਣਾ ਦੇ ਵੱਡੇ ਸ਼ਹਿਰ ਆ, ਦਿੱਲੀ ਹੋ ਗਿਆ, ਆਪਣਾ ਕੁਰਕਸ਼ੇਤਰ ਵਗੈਰਾ, ਸਾਰੇ ਵੱਡੇ ਸ਼ਹਿਰਾਂ 'ਚ ਸਪਲਾਈ ਕੀਤੀ ਸਾਰੇ ਫੁੱਲਾਂ ਦੀ।
ਵਧੀਆ ਮੇਰਾ ਸਕੋਪ ਰਿਹਾ ਜੀ। ਉਸ ਤੋਂ ਬਾਅਦ ਮੈਂ ਹੌਲੀ ਹੌਲੀ ਵੈਜੀਟੇਬਲ 'ਚ ਆ ਗਿਆ ਜੀ। ਵੈਜੀਟੇਬਲ 'ਚ ਜੀ ਮੈਂ ਪਿਆਜ਼ ਦਾ ਕੰਮ ਕਰਿਆ ਕਰਦਾ ਸੀ, ਲਸਣ ਦਾ, ਹੋਰ ਮੇਰੇ ਲਈ ਕਾਫੀ ਸਬਜ਼ੀਆਂ ਹੁੰਦੀਆਂ ਸੀ। ਪਿਆਜ਼ ਮੇਰਾ ਜਦੋਂ ਲੋਕ ਦੇਖਦੇ ਹੁੰਦੇ ਸੀ ਲੰਘਦੇ ਵੜਦੇ ਵੀ ਪਿਆਜ਼ ਦੀ, ਫਿਰ ਮੇਰੇ ਤੋਂ ਪਨੀਰੀ ਦੀ ਡਿਮਾਂਡ ਆਈ ਵੀ ਪਨੀਰੀ ਵੀ ਤੂੰ ਇੱਧਰ ਉੱਲੇ ਪਾਸੇ ਆ, ਹੈ ਨਾ, ਤੇਰਾ ਪਿਆਜ਼ ਵਧੀਆ ਹੁੰਦਾ, ਵੀ ਸਾਨੂੰ ਪਨੀਰੀ ਅਵੇਲੇਬਲ ਕਰਾਇਆ ਕਰੋ। ਫਿਰ ਅਸੀਂ ਹੌਲੀ ਹੌਲੀ ਪਨੀਰੀਆਂ 'ਚ ਆ ਗਏ ਜੀ। ਹੁਣ ਮੇਰੇ ਕੁੱਲ ਰਕਬਾ ਜੀ ਮੇਰਾ ਫਾਰਮ ਦਾ 10 ਏਕੜ ਆ। 10 ਏਕੜਾਂ ਦੇ ਵਿੱਚ ਮੈਂ ਪਨੀਰੀਆਂ ਦੀ ਖੇਤੀ, ਫੁੱਲਾਂ ਦੀ ਖੇਤੀ, ਸਬਜ਼ੀਆਂ ਪੈਦਾ ਕਰਕੇ ਮੰਡੀਕਰਨ ਉਹਨਾਂ ਦਾ ਬਾਹਰ ਆ। ਇੱਕ ਮੈਨੇ ਆਊਟਲੈਟ ਬਣਾਇਆ ਹੋਇਆ ਆਪਦਾ, ਇੱਥੇ ਮੈਂ ਪਨੀਰੀਆਂ ਦੀ ਸੇਲਿੰਗ ਕਰਦਾ, ਸਾਰੀ ਸਬਜ਼ੀਆਂ ਵੀ ਕਰਦਾ, ਬੀਜ ਵੀ ਸਬਜ਼ੀਆਂ ਦੇ ਸੇਲ ਕਰਦੇ ਆ ਜੀ। ਇੱਥੇ ਸਾਰਾ ਮਾਡਲ ਤਿਆਰ ਹੈ ਸਾਡਾ ਵਧੀਆ। ਇੱਥੇ ਤੁਹਾਡੇ ਮਨ ਦੇ ਵਿੱਚ ਇੱਕ ਸਵਾਲ ਆਉਂਦਾ ਹੋਏਗਾ ਕਿ ਇਸ ਨੌਜਵਾਨ ਦਾ ਕੋਈ ਪਿਛੋਕੜ ਇਸ ਤਰ੍ਹਾਂ ਦਾ ਹੋਏਗਾ ਕਿ ਜਿਹੜੇ ਪਹਿਲਾਂ ਇਸ ਤਰ੍ਹਾਂ ਦੀ ਖੇਤੀ ਕਰਦੇ ਹੋਣੇ ਆ, ਅੱਜ ਇਹਨਾਂ ਨੇ ਪਿਛਲੇ 6-7 ਸਾਲਾਂ ਦੇ ਵਿੱਚ ਆਪਣੇ ਆਪ ਨੂੰ ਇੰਨਾ ਐਸਟੈਬਲਿਸ਼ ਕਰ ਲਿਆ। ਲੇਕਿਨ ਇਹ ਬਿਲਕੁਲ ਇਸ ਦੇ ਉਲਟ ਹੈ। ਇਸ ਦਾ ਪਰਿਵਾਰ ਰਾਜਨੀਤਿਕ ਪਰਿਵਾਰ ਹੈ, ਠੇਕੇ ਤੇ ਖੇਤੀ ਦਿੰਦੇ ਸੀ, ਰਵਾਇਤੀ ਖੇਤੀ ਕਰਦੇ ਸੀ। ਇਸ ਇਲਾਕੇ ਦੇ ਵਿੱਚ ਮੰਨੇ ਪਰਮੰਨੇ ਇਹ ਇਹਨਾਂ ਦਾ ਪਰਿਵਾਰ ਹੈ। ਸਰਦਾਰ ਮਦਨ ਕਲੇਰ ਜੀ ਇੱਥੇ ਰਾਜਨੀਤਿਕ ਲੀਡਰ ਨੇ, ਇਹਨਾਂ ਦੇ ਆਪਣੇ ਬ੍ਰਦਰ, ਚਾਚਾ ਜੀ, ਬਾਕੀ ਵੀ ਪਿੰਡ ਦੇ ਵਿਕਾਸ ਵਿੱਚ ਵੀ ਉਹਨਾਂ ਦਾ ਬੜਾ ਕੰਮ ਹੈ, ਇਸ ਏਰੀਏ ਦੇ ਵਿੱਚ ਵੀ ਬੜਾ ਕੰਮ ਹੈ। ਸੋ ਪਿਛੋਕੜ ਕੋਈ ਨਹੀਂ ਇਹਨਾਂ ਦਾ ਕਿ ਇਹ ਖੇਤੀ ਵਾਲੇ ਪਾਸੇ ਹੋਣ। ਮਨੀ ਜੀ ਖੁਦ +2 ਇਹਨਾਂ ਨੇ ਕੀਤੀ ਹੈ, ਕਦੇ ਖੇਤੀ ਨਹੀਂ ਸੀ ਇਹਨਾਂ ਨੇ ਕੀਤੀ। ਲੇਕਿਨ ਇਹਦਾ ਪਿਛੋਕੜ ਇੱਕ ਹੋਰ ਵੀ ਹੈ ਕਿ ਅਸੀਂ ਅਕਸਰ ਇਸ ਪ੍ਰੋਗਰਾਮ ਦੇ ਵਿੱਚ ਮੈਂ ਇੱਕ ਗੱਲ ਕਰਦਾ ਹੁੰਦਾ ਕਿ ਪੜ੍ਹਾਈ ਤੇ ਪਾਣੀ ਉਹ ਜਿੱਧਰ ਨੂੰ ਚੱਲ ਪੈਂਦੇ ਆਪਣੇ ਰਾਹ ਆਪ ਬਣਾਉਂਦੇ ਆ। ਇਹਦੇ ਵਿੱਚ ਮਨੀ ਜੀ ਅਸੀਂ ਜਾਣਨਾ ਚਾਹਾਂਗੇ ਤੁਹਾਡੇ ਤੋਂ ਕਿ ਯੂਨੀਵਰਸਿਟੀ ਦਾ, ਦੂਸਰੇ ਵਿਭਾਗਾਂ ਦਾ ਜਾਂ ਜਿਹੜੀਆਂ ਸੰਸਥਾਵਾਂ ਇਸ ਤਰ੍ਹਾਂ ਦੇ ਕੰਮ ਕਰ ਰਹੀਆਂ ਨੇ ਉਹਨਾਂ ਦਾ ਕਿੰਨਾ ਕੁ ਰੋਲ ਹੈ, ਕਿਵੇਂ ਜੁੜੇ ਹੋਏ ਹੋ ਤੁਸੀਂ ਉਹਨਾਂ ਨਾਲ? ਸਰ ਯੂਨੀਵਰਸਿਟੀ 'ਚ ਮੈਂ PAU ਲੁਧਿਆਣਾ ਆਪਣਾ ਸ਼ੁਰੂ 'ਚ 2013 'ਚ ਹੀ ਉਹਨਾਂ ਨਾਲ ਜੁੜ ਗਿਆ ਸੀ। ਫਲੋਰੀਕਲਚਰ 'ਚ ਜਿਵੇਂ ਮੈਂ ਗੇਂਦੇ ਦੀ ਕਾਸ਼ਤ ਕਰਨੀ ਸੀ, ਗਲੈਡੀਓਲਸ ਦੀ ਕਰਨੀ ਸੀ, ਉੱਥੇ ਡਾਕਟਰ ਪਰਮਿੰਦਰ ਜੀ, ਡਾਕਟਰ ਰਣਜੀਤ ਜੀ ਅਤੇ ਬਾਕੀ ਆਪਣੇ ਕਿਸਾਨ ਕਲੱਬ ਦਾ ਮੈਂ ਮੈਂਬਰ ਹਾਂ ਜੀ। ਉੱਥੇ PAU ਨਰਸਰੀ ਐਸੋਸੀਏਸ਼ਨ ਦਾ ਮੈਂਬਰ ਹਾਂ, ਆਪਣਾ PAU ਫਲਾਵਰ ਗਰੋਵਰ ਕਲੱਬ ਦਾ ਮੈਂਬਰ ਹਾਂ ਜੀ। ਮੈਂ ਉੱਥੇ ਜੁੜਿਆ ਹੋਇਆ ਜੀ। ਮੈਂ ਕਿਸਾਨ ਕਲੱਬ ਨਾਲ ਸ਼ੁਰੂ ਤੋਂ ਹੀ ਯੂਨੀਵਰਸਿਟੀ ਨਾਲ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਨੇ। ਹੁਣ ਯਾਨੀ ਕਰੋਨਾ ਦੇ ਚੱਲਦੇ ਅਸੀਂ ਸਾਲ ਤੋਂ ਨਹੀਂ ਗਏ ਯੂਨੀਵਰਸਿਟੀ 'ਚ, ਨਹੀਂ ਵੈਸੇ ਮਹੀਨੇ ਦਰ ਮਹੀਨੇ ਸਾਡੀ ਇੱਕ ਅੱਧੀ ਮੀਟਿੰਗ ਚੱਲਦੀ ਰਹਿੰਦੀ ਸੀ ਜੀ। ਤੇ ਵਧੀਆ ਸੋ ਤੁਹਾਨੂੰ ਯੂਨੀਵਰਸਿਟੀ ਨਾਲ ਜੁੜ ਕੇ, ਉਹਨਾਂ ਨਾਲ, ਲੋਕਾਂ ਨਾਲ ਜੁੜ ਕੇ ਅੱਗੇ ਵਧਣ ਦੀ ਪ੍ਰੇਰਨਾ ਮਿਲੀ ਹੈ ਪੂਰੀ? ਹਾਂਜੀ, ਸਾਨੂੰ ਡਾਕਟਰ ਸਾਹਿਬ ਯਾਨੀ ਕਿ ਦੱਸਦੇ ਰਹਿੰਦੇ ਨੇ ਟਾਈਮ ਟੂ ਟਾਈਮ ਲਈ, ਜਿਵੇਂ KVK ਖੇੜੀ ਹੋ ਗਏ, ਉੱਥੇ ਰੁਪਿੰਦਰ ਮੈਡਮ ਜੀ ਹੋ ਗਏ, ਆਪਣੇ ਸੰਗਰੂਰ ਤੋਂ ਡਾਕਟਰ ਲਖਵਿੰਦਰ ਜੀ ਹੋ ਗਏ, ਕਰਨੈਲ ਜੀ ਹੋ ਗਏ ਡਿਪਟੀ, ਉਹਨਾਂ ਦਾ ਰਿਹਾ ਜੀ ਮਾਡਲ। ਸਾਡੇ ਇੱਥੇ ਆਉਂਦੇ ਵੀ ਰਹਿੰਦੇ ਨੇ, ਵਿਜ਼ਿਟ ਕਰਦੇ ਰਹਿੰਦੇ ਨੇ ਅਤੇ ਸਾਨੂੰ ਦੱਸਦੇ ਰਹਿੰਦੇ ਨੇ ਟਾਈਮ ਟੂ ਟਾਈਮ ਲਈ ਵੀ ਹਾਂ ਤੁਸੀਂ ਇਹ ਕਰੋ, ਇਹ ਕਰੋ, ਅਤੇ ਅਸੀਂ ਉਹਨਾਂ ਦੇ ਚੱਲਦੇ ਹੋਏ ਉਹਨਾਂ ਦੇ ਵਧੀਆ ਕਰ ਰਹੇ ਹਾਂ ਜੀ ਸਿਸਟਮ। ਮਨੀ ਜੀ, ਪੰਜਾਬ ਸਰਕਾਰ ਦੇ ਵੀ ਕਈ ਵਿਭਾਗ ਨੇ ਜਿਹਦੇ ਵਿੱਚ ਖੇਤੀਬਾੜੀ ਵਿਭਾਗ ਵੀ ਹੈ, ਬਾਗਬਾਨੀ ਵਿਭਾਗ ਵੀ ਹੈ, ਉਹਨਾਂ ਦਾ ਕਿਸ ਤਰ੍ਹਾਂ ਦਾ ਸਹਿਯੋਗ ਹੈ? ਬਾਗਬਾਨੀ ਵਿਭਾਗ ਦਾ ਸੀ ਸਹਿਯੋਗ ਰਿਹਾ। ਇੱਕ ਵਾਰੀ ਮੈਨੂੰ ਉਹਨਾਂ ਨੇ ਯਾਨੀ ਕਿ ਸਬਸਿਡੀ ਦੇ ਤੌਰ 'ਤੇ ਯਾਨੀ ਕੁਛ ਆਪਣਾ ਇਨਕਮ ਵੀ ਦਿੰਦੇ ਨੇ, ਜਿਵੇਂ ਲੋਹ ਟਨਲ 'ਤੇ ਹੋ ਗਈ, ਮਲਚਿੰਗ 'ਤੇ ਹੋ ਗਈ ਜੀ। ਉਹ ਮੈਨੂੰ ਟਾਈਮ ਟੂ ਟਾਈਮ ਲਈ ਯਾਨੀ ਕਿ ਜਿਹੀ ਜੀ ਸਬਸਿਡੀ ਹੁੰਦੀ ਆ ਉਹ ਮੈਨੂੰ ਪ੍ਰੋਵਾਈਡ ਕਰਦੇ ਰਹਿੰਦੇ ਨੇ ਜੀ। ਸਾਡਾ ਕਿਸਾਨ ਜਦੋਂ ਕੋਈ ਕੰਮ ਕਰਦਾ ਹੈ ਤਾਂ ਉਹਦੇ ਮਨ 'ਚ ਇੱਕੋ ਹੀ ਹੁੰਦਾ ਕਿ ਜਿਹੜੀ ਖੇਤੀ ਮੈਂ ਪਹਿਲਾਂ ਕਰ ਰਿਹਾ, ਉਸ ਤੋਂ ਬਾਅਦ ਮੈਂ ਜਿਹੜਾ ਦੂਸਰਾ ਕੰਮ ਸ਼ੁਰੂ ਕਰਾਂਗਾ ਉਹਦੇ ਵਿੱਚ ਮੈਨੂੰ ਆਮਦਨ ਕਿੰਨੀ ਕੁ ਵਧੂਗੀ, ਮੇਰਾ ਖਰਚਾ ਕਿੰਨਾ ਕੁ ਘਟੂਗਾ, ਮੇਰੀ ਖੇਚਲ ਕਿੰਨੀ ਕੁ ਘਟੂਗੀ ਅਤੇ ਮੈਂ ਅੱਗੇ ਕਿਵੇਂ ਵੱਧ ਸਕਾਂਗਾ। ਸੋ ਮਨੀ ਜੀ, ਸਾਨੂੰ ਤੁਸੀਂ ਇਸ ਬਾਰੇ ਦੱਸੋ ਕਿ ਜੋ ਤੁਸੀਂ ਇਹ ਖੇਤੀ ਕਰ ਰਹੇ ਹੋ, ਪਨੀਰੀਆਂ ਦੀ ਹੈ, ਫੁੱਲਾਂ ਦੀ ਹੈ, ਨਾਲ ਤੁਸੀਂ ਸਬਜ਼ੀਆਂ ਵੀ ਵੇਚ ਰਹੇ ਹੋ, ਰਵਾਇਤੀ ਖੇਤੀ ਨਾਲੋਂ ਪ੍ਰਤੀ ਏਕੜ ਕਿੰਨਾ ਕੁ ਫਰਕ ਤੁਹਾਨੂੰ ਲੱਗਦਾ ਹੈ? ਸਰ ਰਵਾਇਤੀ ਖੇਤੀ ਦੇਖੋ ਜੀ, ਆਪਾਂ ਕਣਕ ਦੀ ਹੋ ਗਈ, ਝੋਨੇ ਦੀ ਹੋ ਗਈ, ਇਹਨਾਂ ਨਾਲ ਤਾਂ ਇਹਦਾ ਡਿਫਰੈਂਟ ਕਾਫੀ ਆ। ਜੇ ਆਪਾਂ ਗੱਲ ਆਮਦਨ ਦੀ ਕਰੀਏ, ਗੱਲ ਆਮਦਨ ਦੀ ਵੀ ਨਹੀਂ, ਇਹਦੇ ਵਿੱਚ ਯਾਨੀ ਕਿ ਨਾਮ ਦੀ ਵੀ ਹੈ। ਨਾਮ ਤੁਹਾਡਾ ਬਹੁਤ ਉੱਚਾ ਹੁੰਦਾ ਇਹਦੇ ਕੰਮ ਨਾਲ। ਇਨਕਮ ਦੇ ਸੋਰਸ ਤਾਂ ਵੱਧ ਹੈ ਹੀ ਨੇ ਰਵਾਇਤੀ ਖੇਤੀ ਨਾਲੋਂ। ਜੇ ਆਪਾਂ ਉੱਥੇ ਇੱਕ ਸਾਲ ਦੇ ਵਿੱਚ ਦੋਨੋਂ ਕਣਕ ਜੀਰੀ ਦਾ ਉਹ ਕਰੀਏ ਵੀ 80,000 ਰੁਪਏ ਆਪਾਂ ਕੱਢ ਲੈਂਦੇ ਹਾਂ, ਉੱਥੋਂ ਖਰਚੇ ਕੱਢ ਕੇ, ਜਾਂ 70,000 ਕੱਢ ਲੈਂਦੇ ਹਾਂ, ਤਾਂ ਇਹਦੇ ਵਿੱਚ 1.5 ਲੱਖ ਤਾਂ ਮਾਮੂਲੀ ਗੱਲ ਹੈ ਜੀ, 1 ਕਿੱਲੇ ਦੇ ਵਿੱਚੋਂ ਖਰਚੇ ਕੱਢ ਕੇ ਜੀ। ਹਾਂਜੀ ਮਨੀ ਜੀ, ਅੱਜ ਕੱਲ੍ਹ ਜਿਵੇਂ ਅਸੀਂ ਦੇਖਿਆ ਕਿ ਸਾਡੇ ਜਿਹੜੇ ਨੌਜਵਾਨ ਹੈ ਉਹ ਸਿਆਸਤ ਵਾਲੇ ਬੜੇ ਪਾਸੇ ਪ੍ਰੇਰਿਤ ਹੁੰਦੇ ਆ, ਗਾਣਿਆਂ ਵਾਲੇ ਪਾਸੇ, ਫਿਲਮਾਂ ਵਾਲੇ ਪਾਸੇ, ਅਤੇ ਡਿਜ਼ਾਈਨ ਕਰਨ ਆਪਣੇ ਲੱਗ ਜਾਣਾ ਕਿਸੇ ਪਾਸੇ, ਜੀ ਅਸੀਂ ਮਾਡਲਿੰਗ 'ਚ ਚਲੇ ਜਾਣਾ। ਲੱਗਦਾ ਹੈ ਕਿ ਬੜਾ ਅਸਰ ਸਾਡੇ ਗਾਣਿਆਂ ਦਾ, ਗਾਇਕਾਂ ਦਾ, ਫਿਲਮਾਂ ਦਾ ਉਹਨਾਂ ਉੱਤੇ ਹੋ ਰਿਹਾ। ਤੁਹਾਡੇ ਮਨ ਦੇ ਵਿੱਚ ਕਦੇ ਨਹੀਂ ਸੀ ਆਇਆ ਕਿ ਮੈਂ, ਕਿਉਂਕਿ ਪਿਤਾ ਜੀ ਮੇਰੇ ਰਾਜਨੀਤਿਕ ਲੀਡਰ ਨੇ
ਤੇ ਪੈਸਾ ਵੀ ਸਾਡੇ ਕੋਲੇ ਹੈਗਾ, ਜ਼ਮੀਨ ਠੇਕੇ ਤੇ ਚੜ ਜਾਂਦੀ ਹੈ, ਤੇ ਮੈਂ ਵੀ ਇਸ ਪਾਸੇ ਆ ਜਾਵਾਂ? ਦੇਖੋ ਜੀ, ਰੱਬ ਨੇ ਸਾਰਿਆਂ ਨੂੰ ਆਪਦੀ ਜ਼ਿੰਦਗੀ ਦਿੱਤੀ ਹੈ, ਆਪਦੇ ਹਿਸਾਬ ਨਾਲ ਜ਼ਿੰਦਗੀ ਜੀਣੀ ਚਾਹੀਦੀ ਆ। ਮੇਰੇ ਵੱਡੇ ਬ੍ਰਦਰ ਨੇ, ਉਹ ਪਹਿਲਾਂ ਮੇਰੇ ਨਾਲ ਕਰਿਆ ਕਰਦੇ ਸੀ ਥੋੜ੍ਹਾ ਬਹੁਤਾ ਖੇਤੀ ਦਾ, ਉਹਨਾਂ ਨੇ ਨਹੀਂ ਇਹ ਲਾਈਨ ਚੁਣੀ, ਉਹ ਯਾਨੀ ਕਿ ਉੱਧਰ ਚਲੇ ਗਏ ਆਪਦੇ ਰਾਜਨੀਤਿਕ ਪਾਸੇ, ਸਰਪੰਚੀ ਲਈ ਉਹਨਾਂ ਨੇ ਵਧੀਆ ਵੋਟਾਂ ਦੇ ਕੇ ਜਿੱਤ ਕੀਤੀ। ਮੈਂ ਯਾਨੀ ਕਿ ਫਾਰਮਿੰਗ 'ਚ ਆ ਗਿਆ ਜੀ। ਮੈਂ ਇੱਧਰ ਕੰਮ ਕਰ ਰਿਹਾ, ਉਹ ਆਪਦਾ ਕੰਮ ਕਰ ਰਹੇ ਨੇ ਜੀ, ਮੈਂ ਆਪਦਾ ਕਰ ਰਿਹਾ, ਪਰ ਮੇਰਾ ਸਾਥ ਪੂਰਾ ਹੀ ਹੈ ਉਹਨਾਂ ਨੂੰ, ਉਹਨਾਂ ਦਾ ਸਾਥ ਵੀ ਮੈਨੂੰ ਪੂਰਾ ਹੈ। ਮੈਨੂੰ ਕਿਸੇ ਵੀ ਚੀਜ਼ ਤੋਂ ਹਟਾਉਂਦੇ ਨਹੀਂ ਵੀ ਤੁਹਾਨੂੰ ਇਹ ਨਹੀਂ ਕਰਨਾ, ਉਹ ਨਹੀਂ ਕਰਨਾ। ਕਦੇ ਮੈਨੂੰ ਲੋੜ ਪੈ ਜਾਂਦੀ ਹੈ ਤਾਂ ਮੇਰੇ ਨਾਲ ਖੜਦੇ ਵੀ ਨਹੀਂ ਵੀ ਜੀ। ਅਕਸਰ ਹੁੰਦਾ ਹੈ ਕਿ ਜਦੋਂ ਸਾਡੇ ਨੌਜਵਾਨ ਕੋਈ ਕੰਮ ਕਰਨਾ ਚਾਹੁੰਦੇ ਆ ਵੱਖਰਾ, ਖਾਸ ਤੌਰ 'ਤੇ ਖੇਤੀ ਨਾਲ ਜੁੜਿਆ, ਤਾਂ ਘਰਦਿਆਂ ਦੇ ਮਨਾਂ ਵਿੱਚ ਡਰ ਬੜੇ ਹੁੰਦੇ ਆ ਕਿ ਜੀ ਇਹ ਫੇਲ ਨਾ ਹੋ ਜਾਵੇ, ਕੁਝ ਹੋਰ ਨਾ ਹੋ ਜਾਵੇ, ਅੱਗੇ ਘਾਟਾ ਪੈ ਜਾਵੇਗਾ। ਕਿਉਂਕਿ ਕਿਸਾਨ ਦਾ ਕਿੱਤਾ ਇਸ ਤਰ੍ਹਾਂ ਦਾ ਹੈ ਕਿ ਜੇਕਰ ਉਹਦੀ ਇੱਕ ਫਸਲ ਖਰਾਬ ਹੋ ਜਾਵੇ ਤੇ ਉਹ 2-2 3-3 ਸਾਲ ਪਿੱਛੇ ਪੈ ਜਾਂਦਾ। ਤੁਸੀਂ ਜੇ ਇਸ ਪਾਸੇ ਆਏ ਹੋ, ਤੁਹਾਨੂੰ ਘਰ ਦੇ ਵਿੱਚੋਂ ਕਿਸੇ ਨੇ ਨਹੀਂ ਕਿਹਾ ਕਿ ਤੂੰ ਕੀ ਕਰਨ ਲੱਗਿਆ, ਇਹ ਸਾਡੇ ਦਾਦੇ ਪੜਦਾਦਿਆਂ ਦਾ ਤਾਂ ਕੰਮ ਜਿਹੜਾ ਚੱਲਦਾ ਆ ਰਿਹਾ, ਉਹਨਾਂ ਨੇ ਕਦੇ ਇਹ ਕੰਮ ਨਹੀਂ ਕੀਤਾ? ਨਹੀਂ ਜੀ, ਮੈਨੂੰ ਘਰ ਦੇ ਵੱਲੋਂ ਪੂਰੀ ਖੁੱਲ੍ਹ ਮਿਲੀ ਹੋਈ ਹੈ ਜੀ। ਮੇਰੇ ਡੈਡੀ ਜੀ, ਮੇਰੇ ਬ੍ਰਦਰ ਜੀ, ਮੈਨੂੰ ਘਰਦਿਆਂ ਦੀ ਕੋਈ ਟੋਕਖਾਨੀ ਨਹੀਂ ਹੈਗੀ ਜੀ। ਉਹ ਕਹਿੰਦੇ ਨੇ ਵੀ ਹਾਂ ਚਲੋ ਮੁੰਡਾ ਵਧੀਆ ਕਰ ਰਿਹਾ, ਵੀ ਅੱਗੇ ਵਧ ਰਿਹਾ, ਵੀ ਕੋਈ ਪ੍ਰੋਬਲਮ ਨਹੀਂ ਹੈਗੀ ਇਹ ਜੀ, ਬਿਲਕੁਲ ਵੀ ਜੀ। ਤੁਸੀਂ ਆਪ ਹੀ ਕਰਦੇ ਹੋ ਕੰਮ? ਹਾਂ ਜੀ ਹਾਂ, ਕੰਮ ਸਾਰਾ ਮੇਰੇ ਸਿਰ 'ਤੇ ਹੀ ਹੈ ਜੀ। ਇਹ ਮੇਰੀ ਲੇਬਰ ਮੇਰੇ ਨਾਲ ਟੀਮ ਵਰਕ, ਅਸੀਂ ਇਕੱਠੀ ਕਰਦੇ ਹਾਂ। ਸਾਰੀ ਲੇਬਰ 8 ਵਜੇ ਆ ਜਾਂਦੀ ਹੈ, ਸ਼ਾਮ ਦੇ 6 ਵਜੇ ਤੱਕ ਇੱਥੇ ਰਹਿੰਦੀ ਹੈ। ਮੈਂ ਵੀ ਯਾਨੀ ਕਿ 9 ਵਜੇ ਮੈਂ ਆ ਜਾਣਾ ਜੀ, ਸ਼ਾਮ ਦੇ 6 ਵਜੇ ਤੱਕ ਮੈਂ ਇੱਥੇ ਰਹਿਣਾ ਜੀ। ਵਧੀਆ ਅਸੀਂ ਟੀਮ ਨਾਲ ਆਪਦਾ ਕੰਮ ਕਰ ਰਹੇ ਹਾਂ ਜੀ। ਮੇਰੇ ਡੈਡੀ ਹੋਰਾਂ ਦਾ ਰੋਲ ਹੈਗਾ ਜੀ, ਜਦੋਂ ਸਾਨੂੰ ਕਦੇ ਲੋੜ ਪੈਂਦੀ ਹੈ ਉਹ ਖੜ੍ਹਦੇ ਨੇ ਸਾਡੇ ਨਾਲ। ਜੋ ਨੌਜਵਾਨ ਤੁਹਾਨੂੰ ਵੇਖਦੇ ਹੋਣੇ ਨੇ ਆਲੇ ਦੁਆਲੇ, ਉਹ ਕਦੇ ਤੁਹਾਨੂੰ ਕਹਿੰਦੇ ਆ ਕਿ ਸ਼ੁਰੂ 'ਚ ਤਾਂ ਜ਼ਰੂਰ ਕਿਹਾ ਹੋਣਾ ਵੀ ਇਹ ਬੰਦਾ ਬਸ ਹੁਣ ਗਿਆ? ਨਹੀਂ ਜੀ, ਲੋਕ ਤਾਂ ਕਹਿੰਦੇ ਹੁੰਦੇ ਨੇ ਜੀ, ਲੋਕਾਂ ਨੇ ਬਥੇਰਾ ਕੁਛ ਕਿਹਾ ਪਹਿਲਾਂ ਵੀ, ਯਾਨੀ ਕਿ ਇਹਨਾਂ ਦੇ ਤਾਂ ਬਹੁਤ ਜ਼ਮੀਨ ਬਹੁਤ ਹੈ, ਇਹਨਾਂ ਦਾ ਕੀ ਲੋੜ ਹੈ, ਇਹਦਾ ਐਂ ਕਰਦੇ ਨੇ ਉਹ ਕਰਦੇ ਨੇ। ਚਲੋ ਜੀ, ਅਸੀਂ ਜੇ ਐਂ ਵੀ ਕਰਦੇ ਹਾਂ ਉਹ ਵੀ ਕਰਦੇ ਹਾਂ। ਸਾਡੇ ਨਾਲ 20 ਘਰਾਂ ਦਾ ਰੁਜ਼ਗਾਰ ਜੁੜਿਆ ਹੋਇਆ ਜੀ। ਅੱਗੇ ਮੈਂ ਸਬਜ਼ੀ ਲੈ ਕੇ ਜਾਂਦਾ ਜੀ, ਮੇਰੇ 20 ਆੜ੍ਹਤੀਆਂ ਦਾ ਰੁਜ਼ਗਾਰ ਜੁੜਿਆ ਹੋਇਆ ਹੈ। ਅੱਗੇ ਉਹਨਾਂ ਦਾ ਨੌਕਰਾਂ ਦਾ ਰੁਜ਼ਗਾਰ ਜੁੜਿਆ ਹੋਇਆ। ਇਹਦਾ ਸਾਰਿਆਂ ਦਾ ਕੰਮ, ਜੇ ਸਾਡੇ ਅਕੋਰਡਿੰਗ ਕਿਸੇ ਨੂੰ ਕੋਈ ਆਮਦਨੀ ਹੋ ਰਹੀ ਆ ਤਾਂ ਐਵੇਂ ਮੰਨ ਲਓ ਜੀ। ਸੋ ਬਹੁਤ ਵਧੀਆ ਗੱਲ ਮਨੀ ਕਲੇਰ ਜੀ ਨੇ ਅਖੀਰ ਵਿੱਚ ਗੱਲ ਕੀਤੀ ਹੈ ਕਿ ਖੇਤੀ ਵਿੱਚ ਕਿਸਾਨ ਸਿਰਫ ਆਪਣਾ ਘਰ ਹੀ ਨਹੀਂ ਪਾਲਦਾ, ਉਹਦੇ ਨਾਲ ਕਿੰਨੇ ਪਰਿਵਾਰ ਜੁੜੇ ਹੋਏ ਆ, ਇਸ ਬਾਰੇ ਉਹਨਾਂ ਦੱਸ ਹੀ ਦਿੱਤਾ। ਉਹਨਾਂ ਦੀ ਆਪਣੀ ਲੇਬਰ ਕਰ ਰਹੀ ਹੈ ਕੰਮ, ਆੜ੍ਹਤੀਏ, ਅੱਗੇ ਫਿਰ ਉਹਨਾਂ ਤੋਂ ਲਿਜਾਣ ਵਾਲੇ ਲੋਕ, ਡੀਲਰ, ਕਿੰਨੇ ਲੋਕ ਕਿਸਾਨ ਦੇ ਨਾਲ ਜੁੜੇ ਆ। ਸੋ ਕਿਸਾਨ ਬਹੁਤ ਕੁਝ ਕਰ ਸਕਦਾ। ਇਹ ਇੱਕ ਮਾਡਲ ਹੈ ਮਨੀ ਕਲੇਰ ਹੋਣਾ ਦਾ, ਜੋ ਉਹਨਾਂ ਲੋਕਾਂ ਨੂੰ ਚੜਾਉਂਦਾ, ਉਹਨਾਂ ਲੋਕਾਂ ਦੇ ਮੂੰਹ 'ਤੇ ਚਪੇੜ ਹੈ ਜਿਹੜੇ ਕਹਿੰਦੇ ਨੇ ਕਿ ਪੰਜਾਬ ਦਾ ਨੌਜਵਾਨ ਕੰਮ ਨਹੀਂ ਕਰ ਸਕਦਾ, ਉਹ ਤਾਂ ਨਸ਼ਿਆਂ 'ਚ ਲੱਗ ਚੁੱਕਿਆ ਹੋਇਆ। ਇੱਕ ਮਾਡਲ ਹੈ ਪੰਜਾਬ ਦੇ ਨੌਜਵਾਨਾਂ ਵਾਸਤੇ ਕਿ ਕਿਸ ਤਰ੍ਹਾਂ ਇਹ ਸਾਡੇ ਨੌਜਵਾਨ ਆਪਣੇ ਆਪ ਨੂੰ ਵੱਖਰੇ ਤੌਰ 'ਤੇ ਡਿਵੈਲਪ ਕਰਕੇ, ਐਸਟੈਬਲਿਸ਼ ਕਰਕੇ ਖੇਤੀ ਦੇ ਵਿੱਚ ਵੀ ਵਧੀਆ ਆਮਦਨ ਕਮਾ ਸਕਦੇ ਆ, ਨਾਮ ਕਮਾ ਸਕਦੇ ਆ। ਖੇਤੀ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਆਉਂਦੀ ਹੈ ਕਿ ਕਿਸਾਨ ਪੈਦਾ ਸਭ ਕੁਝ ਕਰ ਲੈਂਦਾ ਹੈ, ਪਰ ਉਹਦੀ ਮਾਰਕੀਟਿੰਗ ਦੀ ਵੱਡੀ ਸਮੱਸਿਆ ਆ ਰਹੀ ਹੈ ਕਿ ਅਸੀਂ ਕਿੱਥੇ ਵੇਚ ਕੇ ਆਈਏ। ਪਰ ਮਨੀ ਕਲੇਰ ਹੋਣਾ ਕੋਲੋਂ ਤੁਸੀਂ ਜੋ ਢੰਗ ਤੇ ਨੁਕਤੇ ਸਿੱਖੋਗੇ, ਸੱਚਮੁੱਚ ਆਪਣੇ ਆਪ ਦੇ ਵਿੱਚ ਉਹ ਕਮਾਲ ਦੇ ਨੇ ਕਿ ਮੰਡੀਕਰਨ ਉਹਨਾਂ ਨੇ ਕਿੰਨੇ ਸੌਖੇ ਢੰਗ ਨਾਲ ਕੀਤਾ। ਮਨੀ ਜੀ, ਇਸ ਬਾਰੇ ਸਾਨੂੰ ਦੱਸੋ ਕਿ ਤੁਸੀਂ ਮਾਰਕੀਟ ਆਪਣੀ ਕਿਵੇਂ ਬਣਾਈ ਹੈ, ਕਿਵੇਂ ਤੁਸੀਂ ਆਪਣਾ ਸਾਰਾ ਸਮਾਨ, ਅਸੀਂ ਦੇਖ ਰਹੇ ਹਾਂ ਤੁਸੀਂ ਆਪਣੀ ਦੁਕਾਨ 'ਤੇ ਬੈਠੇ ਸਭ ਕੁਝ ਵੇਚੀ ਜਾ ਰਹੇ ਹੋ, ਬਹੁਤ ਕੁਝ, ਤੇ ਬਾਕੀ ਤੁਸੀਂ ਬਾਹਰ ਭੇਜ ਰਹੇ ਹੋ। ਇਸੇ ਗੱਲ ਤੋਂ ਸਾਡਾ ਕਿਸਾਨ ਜੋ ਹੈ ਡਰਦਾ ਕਿ ਬਾਹਰ ਅਸੀਂ ਕਿਵੇਂ ਜਾਵਾਂਗੇ। ਸਭ ਤੋਂ ਪਹਿਲਾਂ ਤਾਂ ਜੀ ਦੇਖੋ, ਮੰਡੀਕਰਨ ਸਬਜ਼ੀ ਦਾ ਸੁਣਨੇ ਜੇ ਹਾਈ ਲੈਵਲ ਤੇ ਕਰਨਾ, ਤੁਹਾਨੂੰ ਮੰਡੀਕਰਨ ਕਰਨਾ ਹੀ ਪਊਗਾ ਬਾਹਰ ਜਾ ਕੇ। ਉਸ ਤੋਂ ਇਲਾਵਾ ਤੁਸੀਂ ਜੇ ਛੋਟੇ ਪੱਧਰ ਤੇ ਕੰਮ ਕਰ ਰਹੇ ਹੋ ਤਾਂ ਤੁਸੀਂ, ਜਿਵੇਂ ਮੈਂ ਹੁਣ ਆਊਟਲੈਟ ਬਣਾਇਆ ਹੋਇਆ, ਛੋਟੇ ਪੱਧਰ ਤੇ ਅਸੀਂ ਯਾਨੀ ਕਿ ਜੇ 1 ਏਕੜ ਆ ਉਹਦਾ 1 ਹਿੱਸਾ 2 ਹਿੱਸੇ ਅਸੀਂ ਇੱਥੇ ਸੇਲ ਕਰ ਸਕਦੇ ਹਾਂ। ਬਾਕੀ ਤੁਹਾਨੂੰ 6 ਹਿੱਸੇ 7 ਹਿੱਸੇ ਉਹਦੇ ਬਾਹਰ ਹੀ ਲਿਜਾਣੇ ਪੈਣਗੇ। ਜਿਵੇਂ ਹੁਣ ਮੇਰਾ ਪਨੀਰੀਆਂ ਦਾ ਕੰਮ ਹੈ ਜੀ, ਪਨੀਰੀਆਂ ਮੈਂ ਟੋਟਲੀ ਯਾਨੀ ਕਿ ਇੱਕ ਵੀ ਬੂਟਾ ਬਾਹਰ ਨਹੀਂ ਸੇਲ ਕਰ ਰਿਹਾ, ਸਾਰੇ ਮੈਂ ਬੂਟੇ ਇੱਥੇ ਹੀ ਸੇਲ ਕਰ ਰਿਹਾ। ਪਿਆਜ਼ ਦੀ ਪਨੀਰੀ ਤੋਂ ਲੈ ਕੇ ਗੋਭੀ ਦੀ ਪਨੀਰੀ, ਹਰੀ ਮਿਰਚ ਦੀ ਪਨੀਰੀ, ਸ਼ਿਮਲਾ ਮਿਰਚ ਦੀ ਪਨੀਰੀ, ਸਾਰਾ ਟੋਟਲੀ ਯਾਨੀ ਕਿ ਪਨੀਰੀਆਂ ਦਾ ਜਿੰਨਾ ਵੀ ਕੰਮ ਹੈ ਮੇਰਾ ਸਾਰਾ ਇੱਥੇ ਹੀ ਹੁੰਦਾ ਜੀ। ਬਾਕੀ ਮੇਰੇ ਬੀਜ ਰੱਖੇ ਹੋਏ ਨੇ ਜੀ ਇੱਥੇ ਸਬਜ਼ੀਆਂ ਦੇ, ਉਹ ਵੀ ਸਾਰੇ ਇੱਥੇ ਸੇਲ ਹੁੰਦੇ ਨੇ। ਜਿਹੜੀ ਮੈਂ ਸਬਜ਼ੀਆਂ ਦੀ ਖੇਤੀ ਕਰਦਾ ਜਾਂ ਫੁੱਲਾਂ ਦੀ ਖੇਤੀ ਕਰਦਾ ਜੀ, ਉਹ ਮੈਂ ਦਿੱਲੀ ਮੰਡੀ, ਆਪਣੇ ਨੇੜੇ ਤੇੜੇ ਦੀਆਂ ਮੰਡੀਆਂ, ਉਹਨਾਂ 'ਚ ਭੇਜ ਰਿਹਾ ਜੀ। ਉਹਨਾਂ ਨਾਲ ਸੰਪਰਕ ਤੁਹਾਡਾ ਕਿਵੇਂ ਰਿਹਾ? ਉਹਨਾਂ ਨਾਲ ਸੰਪਰਕ ਸਾਡਾ ਵਧੀਆ ਰਿਹਾ ਜੀ। ਆੜ੍ਹਤੀ ਹੁੰਦੇ ਨੇ ਜੀ ਉੱਥੋਂ, ਦੇਖੋ ਉਹਨਾਂ ਨੇ ਆਪਣੀ ਕਮਿਸ਼ਨ ਤਾਂ ਲੈਣੀ ਹੁੰਦੀ ਹੈ ਜੀ, ਜੋ ਅੱਗੇ ਉਹਨਾਂ ਦੇ ਵੀ ਨੌਕਰ ਰੱਖੇ ਹੁੰਦੇ ਨੇ, ਉਹਨਾਂ ਦਾ ਵੀ ਕੰਮਕਾਰ ਆ। ਅਤੇ ਅਸੀਂ ਇੱਥੋਂ ਬੈਠ ਕੇ ਯਾਨੀ ਕਿ ਆਪਦੀ ਪੈਕਿੰਗ ਕਰਕੇ ਟੈਂਪੂ ਭੇਜ ਦਿੰਦੇ ਹਾਂ। ਰੇਟ ਸਾਡਾ ਪਹਿਲਾਂ ਹੀ ਫਿਕਸ ਹੋ ਜਾਂਦਾ ਕਿਉਂਕਿ ਵੱਡੇ ਪੱਧਰ 'ਤੇ ਕੰਮ ਕਰਦੇ ਹਾਂ ਜੀ ਅਸੀਂ। ਕੋਈ ਜਿਵੇਂ ਹੁਣ ਸਾਡੀ ਸ਼ਿਮਲਾ ਮਿਰਚ ਚੱਲ ਰਹੀ ਹੈ ਜੀ, ਕੱਲ੍ਹ 1 ਏਕੜ ਦੇ ਵਿੱਚੋਂ ਮੈਂ 25 ਕੁਇੰਟਲ ਸ਼ਿਮਲਾ ਮਿਰਚ ਨਿਕਲੀ ਹੈ ਜੀ ਸਾਡੀ।
27 ਰੁਪਏ ਰੇਟ ਹੋਇਆ ਜੀ। ਇੱਥੋਂ ਪੈਕਿੰਗ ਹੋ ਕੇ 2 ਟੈਂਪੂ 3 ਟੈਂਪੂ ਅਸੀਂ ਨੇ ਇਕੱਠੇ ਭੇਜਤੇ ਜੀ ਟੋਹਾਣਾ ਮੰਡੀ ਜੀ। ਉੱਥੇ ਸਾਨੂੰ ਪੇਮੈਂਟ ਸਾਨੂੰ ਬਾਅਦ 'ਚ ਮਿਲ ਜਾਂਦੀ ਹੈ, ਬੜੇ ਆਰਾਮ ਨਾਲ ਪੇਮੈਂਟ ਹੋ ਜਾਂਦੀ ਹੈ ਜੀ। ਅਸੀਂ ਜਾਣਨਾ ਚਾਹਾਂਗੇ ਕਿ ਜੋ ਸ਼ੁਰੂਆਤ ਵਿੱਚ ਤੁਸੀਂ ਕੰਮ ਕੀਤਾ ਤੇ ਉਹਨਾਂ ਆੜਤੀਆਂ ਤੱਕ ਪਹਿਲੀ ਵਾਰੀ ਪਹੁੰਚੇ ਹੋਵੋਗੇ ਜਾਂ ਤੁਸੀਂ ਲੋਕਲ ਮੰਡੀਆਂ ਤੱਕ ਆਪਣੇ ਸਮਾਨ ਨੂੰ ਲੈ ਕੇ ਗਏ ਹੋ, ਉਦੋਂ ਕੋਈ ਸਮੱਸਿਆਵਾਂ ਜਿਹੜੀਆਂ ਆਈਆਂ ਨੇ ਉਹ ਸਾਂਝੀਆਂ ਕਰੋ। ਨਹੀਂ ਸਰ, ਸਮੱਸਿਆ ਤਾਂ ਦੇਖੋ ਜੀ, ਹੁਣ ਪਹਿਲਾਂ ਕਦੇ ਚੈਨ ਦੀ ਨਹੀਂ ਸੌਂਦੀ ਸੀ ਆਪਦੀ। ਹੁਣ ਜੇ ਆਪਾਂ ਨੇ ਇਹ ਕੰਮ ਕਰਨਾ ਵੀ ਹੈ ਤਾਂ ਤੁਹਾਨੂੰ ਉੱਠਣਾ ਵੀ 3 ਵਜੇ ਪਊਗਾ, 2 ਵਜੇ ਪਊਗਾ, ਕਿਉਂਕਿ ਹੁਣ ਮੈਂ ਗਲੈਡੀਓਲਸ ਦੀ ਖੇਤੀ ਬਹੁਤ ਵੱਡੇ ਪੱਧਰ ਤੇ ਕਰੀ ਹੈ ਜੀ। ਤੇ ਇਸ ਵਾਰੀ ਮੈਂ ਉਹ ਛੱਡਤੀ, ਯਾਨੀ ਕਿ ਆਪਣਾ ਪਨੀਰੀਆਂ ਦਾ ਕੰਮ ਹੋ ਗਿਆ। ਉਹਦੇ ਕਰਕੇ ਮੈਨੂੰ ਦਿੱਲੀ ਜਾਣਾ ਪੈਂਦਾ ਸੀ, ਫਿਰ ਗ੍ਰਾਹਕ ਇੱਥੇ ਖੜਾ ਰਹਿੰਦਾ ਸੀ। ਉਹਦੇ ਕਰਕੇ ਮੈਨੂੰ ਜਿਵੇਂ ਹੁਣ ਫੁੱਲਾਂ ਦੀ ਮੰਡੀ ਹੈ, ਜਿਵੇਂ ਸਬਜ਼ੀ ਦੀ ਮੰਡੀ ਹੈ, ਬਾਹਰ ਕਰਨੀ ਪੈਂਦੀ ਆ, ਤਾਂ 3-3 ਵਜੇ ਉੱਠਣਾ ਵੀ ਪੈਂਦਾ ਜੀ, ਰਾਤ ਨੂੰ ਜਾਗਣਾ ਵੀ ਪੈਂਦਾ, ਜਾਣਾ ਵੀ ਪੈਂਦਾ ਜੀ, ਜੇ ਕੁਛ ਆਮਦਨ ਕਮਾਉਣੀ ਹੈ ਹੁਣ। ਸੋ ਕੰਮ ਕਰਕੇ ਉਹਦਾ ਜੋ ਰਿਜ਼ਲਟ ਮਿਲਦਾ ਉਹ ਕਰਕੇ ਮਨ ਨੂੰ ਤਸੱਲੀ ਹੋ ਰਹੀ ਹੈ। ਹਾਂਜੀ, ਉਹ ਸਰ ਪੂਰੀ ਸ਼ਾਂਤੀ ਹੈ, ਕਿਉਂਕਿ ਇਲਾਕੇ ਦੇ ਵਿੱਚ ਮੇਰਾ ਪੂਰਾ ਨਾਮ ਹੈ ਜੀ ਇਸ ਟਾਈਮ ਪਨੀਰੀਆਂ 'ਚ ਤੇ ਸਬਜ਼ੀਆਂ 'ਚ, ਫੁੱਲਾਂ 'ਚ ਵੀ। ਹਾਂ, ਉੱਥੇ ਮੈਂ ਇੱਕ ਮਾਡਲ ਬਣਾਇਆ ਬਹੁਤ ਵਧੀਆ, ਉਰੇ ਕੈਨੇਡਾ ਵਰਗੀ ਦਿਖ ਦਿੱਤੀ ਆਪਦੇ ਫਾਰਮ ਨੂੰ। ਵਧੀਆ ਲੋਕ ਆ ਕੇ ਕਹਿੰਦੇ ਨੇ ਵੀ ਹਾਂ, ਜਦੋਂ ਕੋਈ ਵੀ ਪਨੀਰੀ ਲੈਣ ਆਉਂਦਾ ਵੀ ਹਾਂ ਬਾਈ ਬਾਕੀ ਬਾਈ ਨੇ ਕੈਨੇਡਾ ਬਣਾਈ ਹੋਈ ਆ, ਤੇ ਬਹੁਤ ਵਧੀਆ ਫੀਲਿੰਗ ਆਉਂਦੀ ਜੀ ਉਦੋਂ ਜੀ। ਮਨੀ ਜੀ, ਤੁਸੀਂ ਗੱਲ ਕੀਤੀ ਹੁਣੇ ਕਿ 27 ਰੁਪਏ ਨੂੰ ਤੁਹਾਡੀ ਮਿਰਚ ਇੱਥੋਂ ਉੱਠ ਰਹੀ ਹੈ ਤੇ ਬਾਜ਼ਾਰ ਦੇ ਵਿੱਚ 40-45 ਰੁਪਏ ਵਧੀਆ ਕੁਆਲਿਟੀ ਦੀ ਜੋ ਸ਼ਿਮਲਾ ਮਿਰਚ ਹੈ ਉਹ ਵਿਕ ਰਹੀ ਹੈ। ਕਿਸਾਨ ਇਹ ਸੋਚਦਾ ਹੈ ਕਿ ਯਾਰ ਇਹ ਜਿਹੜਾ ਬੰਦਾ ਰੇਹੜੀ ਦੇ ਉੱਤੇ ਵੇਚ ਰਿਹਾ, ਇਹ 50 ਰੁਪਏ ਮੇਰੀ ਮਿਰਚ ਵੇਚ ਰਿਹਾ, ਤੁਸੀਂ ਵੇਖ ਕੇ ਜੇ ਕਹੋ ਵੀ ਯਾਰ ਮੈਨੂੰ ਤਾਂ ਬੜਾ ਘਾਟਾ ਪੈ ਰਿਹਾ। ਇਹਦੇ ਬਾਰੇ ਅਸੀਂ ਜਾਣਨਾ ਚਾਹਾਂਗੇ ਕਿ ਇਹ ਇਕਨੋਮਿਕਸ ਕੀ ਹੈ। ਕਿਸਾਨ ਤੁਸੀਂ 27 ਰੁਪਏ ਨੂੰ ਵੇਚ ਰਹੇ ਹੋ, ਬਾਜ਼ਾਰ 'ਚ ਇਹੀ ਚੀਜ਼ 50 ਰੁਪਏ ਵਿਕ ਰਹੀ ਹੈ ਜਾਂ 45 ਰੁਪਏ ਵਿਕ ਰਹੀ ਹੈ। ਇਹ ਜਿਹੜਾ ਵਿਚਲਾ ਡਿਫਰੈਂਸ ਹੈ, ਇਸ ਨੂੰ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ, ਕਿਉਂਕਿ ਤੁਸੀਂ ਪਹਿਲਾਂ ਗੱਲ ਕਰ ਚੁੱਕੇ ਹੋ, ਤਾਂ ਕਿ ਕਿਸਾਨ ਨੂੰ ਪਤਾ ਲੱਗੇ ਕਿ ਉਹਦੇ ਨਾਲ ਕਿਤੇ ਧੋਖਾ ਨਹੀਂ ਹੋ ਰਿਹਾ। ਸਰ ਦੇਖੋ, ਹੋਰ ਫਾਰਮਾਂ ਦੀ ਹੋਣੀ ਬਿਆਨਬਾਜ਼ੀ ਇਹ ਵੀ ਵਿਚੋਲੀਏ ਨੇ, ਵੀ ਵਿਚੋਲੀਆ ਕਰਕੇ ਵੀ ਸਾਡਾ ਘਾਟਾ ਪੈ ਰਿਹਾ। ਮੈਂ ਨਹੀਂ ਕਹਿੰਦਾ ਸਰ ਵੀ ਵਿਚੋਲੀਆ ਕਰਕੇ ਘਾਟਾ ਪੈ ਰਿਹਾ। ਵਿਚੋਲੀਏ ਜੇ ਵਿੱਚ ਹੋਣਗੇ ਜੀ, ਹੁਣ ਅਸੀਂ 25 ਕੁਇੰਟਲ ਸ਼ਿਮਲਾ ਮਿਰਚ ਮੰਡੀ ਲੈ ਗਏ ਜੀ, ਉੱਥੋਂ ਅੱਗੇ ਵਪਾਰੀਆਂ ਨੇ ਚੱਕ ਲਈ, ਵਪਾਰੀਆਂ ਤੋਂ ਅੱਗੇ ਛੋਟੇ ਰੇਹੜੀ ਵਾਲਿਆਂ ਨੇ ਚੱਕ ਲਈ, ਰੇਹੜੀ ਵਾਲੇ ਹੀ ਅੱਗੇ ਘਰ ਘਰ ਸਬਜ਼ੀ ਪਹੁੰਚਾਉਂਦੇ ਨੇ। ਹੁਣ ਜੇ ਅਸੀਂ 25 ਕੁਇੰਟਲ ਮਿਰਚ ਲੈ ਕੇ ਕਹਿ ਦਈਏ ਵੀ ਅਸੀਂ ਆਪ ਵੇਚਾਂਗੇ ਤਾਂ ਉਹ ਨਹੀਂ ਵਿਕਦੀ ਜੀ। ਜੇ ਰੇਹੜੀ ਵਾਲੇ ਨੇ ਜੀ ਤਾਂ ਅਸੀਂ ਆ ਜੀ, ਦੇਖੋ ਸਾਡੀ ਲੇਬਰ ਹੈ, ਮੈਂ ਆ ਜੀ। ਅੱਗੇ ਰੱਬ ਨੇ ਸਾਰਿਆਂ ਨੂੰ ਰੁਜ਼ਗਾਰ ਦਿੱਤਾ ਹੋਇਆ ਜੀ, ਵੱਖੋ ਵੱਖਰਾ। ਮੇਰਾ ਕੰਮ ਹੈ ਸਬਜ਼ੀ ਪੈਦਾ ਕਰਨਾ, ਮੰਡੀ 'ਚ ਲਿਜਾਣਾ। ਅੱਗੇ ਜੀ ਰੇਹੜੀਆਂ ਨੇ ਖਰੀਦਣੀ ਹੈ, ਆੜ੍ਹਤੀਆਂ ਨੇ ਵੇਚਣੀ ਹੈ ਜੀ, ਉਹਨਾਂ ਦੇ ਵੀ 4 ਬੰਦੇ ਨੇ, ਅੱਗੇ 4 ਬੰਦੇ ਅੱਗੇ ਉਹਨਾਂ ਦੇ ਨੇ। ਸਾਰਿਆਂ ਨੂੰ ਰੁਜ਼ਗਾਰ ਪ੍ਰਮਾਤਮਾ ਨੇ ਆਪਦੇ ਆਪ ਹੀ ਦਿੱਤਾ ਹੋਇਆ ਜੀ, ਸਾਰਿਆਂ ਨਾਲ ਹੀ ਕੰਮ ਹੈ ਜੀ। ਮਨੀ ਜੀ, ਹੁਣ ਅਸੀਂ ਜਾਣਨਾ ਚਾਹਾਂਗੇ, ਸਾਡੇ ਦਰਸ਼ਕ ਵੀ ਇਹ ਸੋਚਦੇ ਹੋਣਗੇ ਕਿ ਸਾਰਾ ਸਾਲ ਵੱਖ-ਵੱਖ ਫਸਲਾਂ ਹੁੰਦੀਆਂ ਨੇ, ਸੋ ਤੁਸੀਂ ਸਾਰਾ ਸਾਲ ਕਿਸ ਕਿਸਮ ਦੀਆਂ ਪਨੀਰੀਆਂ ਤਿਆਰ ਕਰ ਰਹੇ ਹੋ ਸੀਜ਼ਨ ਵਾਈਜ਼, ਤੇ ਨਾਲ ਦੀ ਨਾਲ ਕਿਹੜੀਆਂ-ਕਿਹੜੀਆਂ ਸਬਜ਼ੀਆਂ ਤੇ ਪਨੀਰੀਆਂ ਤੁਹਾਡੀਆਂ ਜਿਹੜੀਆਂ ਨੇ ਉਹ ਕਿੱਥੇ-ਕਿੱਥੇ ਜਾ ਰਹੀਆਂ ਨੇ? ਸਰ ਸਾਡਾ ਪਨੀਰੀਆਂ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਜੀ ਅਗਸਤ ਤੋਂ। ਜੁਲਾਈ ਦੇ ਵਿੱਚ ਅਸੀਂ ਗੋਭੀ ਦੀ ਅਗੇਤੀ ਪਨੀਰੀ ਪਾਉਣ ਲੱਗ ਜਾਂਦੇ ਹਾਂ। ਅਗਸਤ ਦੇ ਵਿੱਚ ਸੇਲ ਆਊਟ ਉਹਦੀ ਨਿਕਲਣ ਲੱਗ ਜਾਂਦੀ ਆ। ਉਸ ਤੋਂ ਬਾਅਦ ਜੀ ਲਾ ਲਓ ਫਿਰ ਜਿਹੜੀਆਂ ਲੋਅ ਟਨਲ ਦੇ ਨੀਚੇ ਪਨੀਰੀਆਂ ਲੱਗਦੀਆਂ ਨੇ, ਜਿਵੇਂ ਸ਼ਿਮਲਾ ਮਿਰਚ ਹੋ ਗਈ, ਹਰੀ ਮਿਰਚ ਹੋ ਗਈ, ਬਤਾਊ ਹੋ ਗਿਆ, ਬੈਂਗਣੀ ਹੋ ਗਈ, ਟਮਾਟਰ ਵਗੈਰਾ। ਉਸ ਤੋਂ ਬਾਅਦ ਸਰ ਸਾਡੀ ਚੱਲਦੀ ਹੈ ਪਨੀਰੀ ਪਿਆਜ਼ ਦੀ ਮੇਨ। ਪਿਆਜ਼ ਤੋਂ ਬਾਅਦ ਜੀ ਫਿਰ ਅੱਗੇ ਫਰਵਰੀ ਦੇ ਵਿੱਚ ਫਿਰ ਆਪਣੀ ਹਰੀ ਮਿਰਚ ਆ ਗਈ, ਸ਼ਿਮਲਾ ਮਿਰਚ ਆ ਗਈ, ਬਤਾਊ, ਬੈਂਗਣੀ, ਸਾਰੀਆਂ ਇਹ ਚੀਜ਼ਾਂ ਦੁਬਾਰੇ ਚੱਲ ਪੈਂਦੀਆਂ ਨੇ ਜੀ। ਜੀ, ਤੇ ਇਹ ਜਿਹੜੀਆਂ ਤੁਹਾਡੀਆਂ ਪਨੀਰੀਆਂ ਨੇ, ਅਸੀਂ ਦੇਖ ਰਹੇ ਹਾਂ ਕਿ ਇਹ ਮਿਰਚਾਂ ਦੇ ਖੇਤ ਵਿੱਚ ਅਸੀਂ ਬੈਠੇ ਹਾਂ, ਇਹਨੂੰ ਹੁਣ ਅੱਗੋਂ ਫੁੱਲ ਪੈ ਚੁੱਕੇ ਹੋਏ ਆ। ਹੋਰ ਵੀ ਪਨੀਰੀ ਆ, ਅਸੀਂ ਬੈਂਗਣਾਂ ਦੀ ਹੈ, ਤੁਸੀਂ ਦੱਸ ਰਹੇ ਹੋ, ਸ਼ਿਮਲਾ ਮਿਰਚ ਦੀ ਹੈ, ਟਮਾਟਰਾਂ ਦੀ ਹੈ। ਇਹਦੀ ਮਾਰਕੀਟਿੰਗ ਤੁਹਾਡੀ ਇਸ ਏਰੀਏ 'ਚ ਕਿੰਨੀ ਕੁ ਹੋ ਜਾਂਦੀ ਹੈ? ਤੇ ਬਾਹਰ ਤੁਸੀਂ ਪਤਾ ਲੱਗਿਆ ਕਿ ਬਾਹਰਲੇ ਸੂਬਿਆਂ 'ਚ ਵੀ ਤੁਸੀਂ ਜਾ ਰਹੇ ਹੋ ਬਹੁਤ ਦੂਰ ਤੱਕ, ਉਹ ਕਿਵੇਂ ਤੁਸੀਂ ਪਹੁੰਚੇ ਹੋ ਤੇ ਕਿੱਥੇ-ਕਿੱਥੇ ਤੁਹਾਡੀ ਪਨੀਰੀ ਜਿਹੜੀ ਉਹ ਜਾ ਰਹੀ ਹੈ? ਸਰ ਸਾਡੀ ਮੋਸਟਲੀ ਪਨੀਰੀ ਸਾਰੀ ਇੱਥੇ ਹੀ ਸੇਲ ਹੁੰਦੀ ਹੈ ਜੀ, ਫਾਰਮ 'ਤੇ। ਬਾਹਰੋਂ ਆ ਰਹੀ ਹੈ, ਬਾਹਰੋਂ ਆ ਰਹੇ ਨੇ ਲੋਕ, ਯਾਨੀ ਕਿ ਜੀਂਦ ਤੱਕ, ਇੱਧਰ ਸਿਰਸਾ ਹਿਸਾਰ ਤੱਕ ਸਾਡੀ ਪਿਆਜ਼ ਦੀ, ਹਰੀ ਮਿਰਚ ਦੀ ਪਨੀਰੀ ਜਾ ਰਹੀ ਹੈ ਜੀ। ਤੇ ਸਾਡੀ ਟੋਟਲੀ ਪਨੀਰੀ ਜਿੰਨੀ ਵੀ ਸੇਲ ਹੈ ਸਾਡੀ ਇੱਥੇ ਹੀ ਆ। ਜੇ ਕੋਈ ਆਰਡਰ ਦਿੰਦਾ ਵੀ ਹੈ ਵੀ ਹਾਂ ਕੋਈ ਬਾਹਰੋਂ ਤੁਹਾਡਾ 5 ਕਿੱਲੇ ਦੀ ਪਨੀਰੀ ਸਾਨੂੰ ਲੈਣੀ ਹੈ, ਫਿਰ ਅਸੀਂ ਉਹਨਾਂ ਨੂੰ ਪ੍ਰੋਵਾਈਡ ਵੀ ਕਰਾ ਦਿੰਦੇ ਜੀ ਉੱਥੇ ਜਾ ਕੇ। ਕਿਵੇਂ ਭੇਜਦੇ ਹੋ? ਸਾਡੇ ਲਵੇ ਹੈਗੇ ਜੀ ਬਲੈਰੋ, ਆਪਦੀ ਗੱਡੀ ਹੈਗੀ ਜੀ, ਉੱਥੇ ਭੇਜ ਦਿੰਦੇ ਹੋ? ਉਹ 'ਤੇ ਯਾਨੀ ਕਿ ਰੱਖ ਕੇ ਅਸੀਂ ਭੇਜ ਦਿੰਦੇ ਜੀ। ਜੀ, ਕਿਹੜੀਆਂ-ਕਿਹੜੀਆਂ ਕਿਸਮਾਂ ਤੁਸੀਂ ਜਿਹੜੀਆਂ ਨੇ ਉਹ ਵੱਖ-ਵੱਖ ਜਿਵੇਂ ਮਿਰਚਾਂ ਦੀ ਹੈ ਜਾਂ ਦੂਸਰੀਆਂ ਲਾ ਰਹੇ ਹੋ? ਸਰ ਜਿਵੇਂ ਸ਼ਿਮਲਾ ਮਿਰਚ ਦੇ ਵਿੱਚ ਹੋ ਗਈ, ਅਸੀਂ ਉਹ ਇੰਦਰਾ ਵੈਰਾਈਟੀ ਤਿਆਰ ਕਰ ਰਹੇ ਹਾਂ ਜੀ।
ਸਾਡਾ 2 ਰੁਪਏ ਹੀ ਬੂਟਾ ਹੈ। ਸਾਡਾ ਇੱਕ ਫਾਰਮ ਦਾ ਹੋਰ ਅਸੂਲ ਹੈ ਜੀ, ਅਸੀਂ ਇੱਕੋ ਰੇਟ ਤੇ ਪਨੀਰੀਆਂ ਸੇਲ ਕਰਦੇ ਹਾਂ ਜੀ। ਜਿਵੇਂ ਤੁਸੀਂ ਨੇ 10 ਬੂਟੇ ਜੇ ਸ਼ਿਮਲਾ ਮਿਰਚ ਦੇ ਲੈਣੇ ਨੇ ਤਾਂ ਸਾਡਾ ਰੇਟ 2 ਰੁਪਏ ਬੂਟਾ ਹੁੰਦਾ, ਤਾਂ ਤੁਹਾਡੇ 20 ਰੁਪਏ ਬਣ ਗਏ। ਤੁਹਾਡੇ ਤੋਂ ਵੀ 20 ਰੁਪਏ ਲੈਣੇ ਨੇ ਜੀ ਅਸੀਂ। ਜੇ ਕਿਸੇ ਨੇ 1 ਲੱਖ ਬੂਟਾ ਚੱਕਣਾ ਇਕੱਠਾ ਤਾਂ ਉਹਦੇ ਤੋਂ ਵੀ ਅਸੀਂ ਨੇ ਆਪਣਾ 2 ਰੁਪਏ ਬੂਟਾ ਹੀ ਲੈਣਾ ਹੈ ਜੀ। ਮਨੀ ਜੀ, ਇੱਕ ਗੱਲ ਜੋ ਮੇਰੇ ਮਨ ਦੇ ਵਿੱਚ ਵੀ ਹੈ, ਦਰਸ਼ਕਾਂ ਦੇ ਮਨ ਦੇ ਵਿੱਚ ਵੀ ਆ ਰਹੀ ਹੋਣੀ ਹੈ ਕਿ ਇਸ ਟਾਈਮ ਕਿਸਾਨ ਬਿਲਕੁਲ ਹਤਾਸ਼ ਹੋਇਆ ਹੋਇਆ, ਉਦਾਸ ਹੋਇਆ ਜਿਸ ਹਿਸਾਬ ਨਾਲ ਸਰਕਾਰਾਂ ਕਾਨੂੰਨ ਬਣਾਈ ਜਾ ਰਹੀਆਂ ਨੇ। ਇਹਨਾਂ ਦਿਨਾਂ ਦੇ ਵਿੱਚ ਜਿਹੜੇ ਆ ਕਿਸਾਨ ਵੀ ਉੱਥੇ ਜਾ ਕੇ ਦਿੱਲੀ ਬੈਠੇ ਹੋਏ ਆ। ਨੌਜਵਾਨਾਂ ਨੂੰ ਲੱਗਦਾ ਹੁੰਦਾ ਹੈ ਕਿ ਕੁਝ ਨਹੀਂ ਹੋ ਰਿਹਾ, ਸਰਕਾਰਾਂ ਤਾਂ ਸਾਡੇ ਲਈ ਕੁਝ ਨਹੀਂ ਕਰ ਰਹੀਆਂ, ਪਰ ਅਸੀਂ ਦੇਖ ਰਹੇ ਹਾਂ ਕਿ ਤੁਹਾਡੇ ਫਾਰਮ ਦੇ ਉੱਤੇ ਕੋਈ MSP ਨਹੀਂ, ਕੋਈ ਤੁਹਾਡੇ ਲਈ ਮੰਡੀ ਇਨਫਰਾਸਟ੍ਰਕਚਰ ਨਹੀਂ, ਔਰ ਤੁਸੀਂ ਵੀ ਇਸੇ ਪੰਜਾਬ ਦੇ ਰਹਿਣ ਵਾਲੇ ਹੋ। ਤੁਸੀਂ ਇਸ ਸਾਰੇ ਕਾਸੇ ਤੋਂ ਕਿੰਨੇ ਕੁ ਸੰਤੁਸ਼ਟ ਹੋ? ਸਾਡੇ ਨੌਜਵਾਨਾਂ ਨੂੰ ਤੁਸੀਂ ਕੀ ਕਹੋਗੇ ਜਿਹੜੇ ਅਸੀਂ ਸਿਰਫ ਸਰਕਾਰਾਂ ਵੱਲ ਹੀ ਵੇਖਦੇ ਹਾਂ ਕਿ ਬਿਨਾਂ ਸਰਕਾਰਾਂ ਤੋਂ ਵੇਖਿਆ ਉਹਨਾਂ ਦੀ ਮਦਦ ਤੋਂ ਵੀ ਖੇਤੀ ਕੀਤੀ ਜਾ ਸਕਦੀ ਹੈ? ਸਰ ਦੇਖੋ, ਅਸੀਂ ਕਿਸਾਨੀ ਸੰਘਰਸ਼ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਜੀ, ਉਹਨਾਂ ਦੇ ਨਾਲ ਆ। ਜਿਹੜੀ ਅਸੀਂ ਇਹ ਆਧੁਨਿਕ ਖੇਤੀ ਕਰਦੇ ਹਾਂ ਜਾਂ ਡਿਵੈਰੀਫਿਕੇਸ਼ਨ ਦੀ ਗੱਲ ਕਰਦੇ ਹਾਂ ਜੀ, ਇਹ ਸਾਰੀ ਅਸੀਂ ਜਿਵੇਂ ਹੁਣ ਮੇਰੇ ਵਿੱਚ 40 ਏਕੜ ਦਾ ਵਾਹਣ ਹੈ ਜੀ। 40 ਏਕੜ ਦੇ ਵਾਹਣ ਦੇ ਵਿੱਚੋਂ ਸਿਰਫ ਮੈਂ 10 ਕਿੱਲਿਆਂ ਦੀ ਖੇਤੀ ਕਰ ਰਿਹਾ ਆਧੁਨਿਕ ਤਰੀਕੇ ਨਾਲ। ਜਿਹੜੀ ਪੱਕੀ ਖੇਤੀ ਹੈ ਸਾਡੀ ਕਣਕ ਦੀ ਜਾਂ ਜੀਰੀ ਦੀ, ਉਹ ਦੇਖੋ ਸਰਕਾਰਾਂ ਤੇ ਹੀ ਡਿਪੈਂਡ ਹੈ, MSP ਤੇ ਪੂਰਨ ਤੌਰ ਤੇ ਡਿਪੈਂਡ ਹੈ ਜੀ। ਜੇ ਸਾਡਾ MSP ਨਹੀਂ ਰਿਹਾ ਜੀ ਫਿਰ ਤਾਂ ਗੱਲ ਹੀ ਖਤਮ ਹੈ ਜੀ। ਇਹ ਤਾਂ ਅਸੀਂ 10 ਕਿੱਲੇ ਨੇ ਜੀ, 40 ਕਿੱਲਿਆਂ 'ਚੋਂ ਅਸੀਂ 10 ਕਿੱਲੇ ਕਰਾਂ, 30 ਕਿੱਲੇ ਸਾਡੇ ਖਾਲੀ ਪਏ ਰਹਿਣਗੇ ਜੀ। ਉਹਦਾ ਤਾਂ ਫਿਰ ਕੋਈ ਮੋਟਿਵ ਨਹੀਂ ਰਿਹਾ ਜੀ। ਹਾਂ, ਇਹ ਸਾਈਡ ਬਿਜ਼ਨਸ ਤੁਹਾਡਾ ਹੋ ਸਕਦਾ, ਤੁਸੀਂ 10 ਕਿੱਲਿਆਂ 'ਚ ਲੈ ਜਾਓ, 15 ਕਿੱਲਿਆਂ 'ਚ ਲੈ ਜਾਓ, 20 ਕਿੱਲਿਆਂ 'ਚ ਲੈ ਜਾਓ। ਸੋ ਮਤਲਬ ਇਹ ਹੈ ਕਿ ਤੁਸੀਂ ਸਾਰੇ ਖੇਤ ਦੇ ਵਿੱਚ ਪਨੀਰੀ ਨਹੀਂ ਲਾ ਸਕਦੇ, ਸਾਰੇ ਖੇਤ ਦੇ ਵਿੱਚ ਸਬਜ਼ੀ ਨਹੀਂ ਲਾਈ ਜਾ ਸਕਦੀ। ਹਾਂ, ਨਾਲ ਇੱਕ ਕੈਸ਼ ਕ੍ਰੌਪ ਦੇ ਤੌਰ ਤੇ ਕਿ ਤੁਹਾਨੂੰ ਰੋਜ਼ਾਨਾ ਜਿਹੜੀ ਹੈ ਉਹ ਆਮਦਨ ਵੀ ਆ ਰਹੀ ਹੈ, ਤੁਹਾਡੇ ਲਈ ਵਧੀਆ ਕੰਮ ਵੀ ਹੈ, ਰੁਝੇਵਾਂ ਵੀ ਹੈ। ਜਿਵੇਂ ਤੁਸੀਂ ਸਾਰੀ ਦਿਹਾੜੀ ਅਸੀਂ ਦੇਖਿਆ ਕਿ ਫਾਰਮ ਦੇ ਹਾਊਸ ਦੇ ਉੱਤੇ ਹੀ ਬੈਠੇ ਕੰਮ ਕਰ ਰਹੇ ਹੋ, ਔਰ ਨੌਜਵਾਨ ਜੋ ਵਿਹਲੇ ਫਿਰਦੇ ਨੇ ਉਹਨਾਂ ਵਾਸਤੇ ਕੰਮ ਹੈ ਔਰ ਨਾਲ ਦੀ ਨਾਲ ਆਮਦਨ ਵੀ ਹੈ। ਸੋ ਇਹ ਹੈ ਕਿ ਬਾਕੀ ਫਸਲਾਂ ਲਈ ਸਾਨੂੰ MSP ਦੀ ਲੋੜ ਹੈ, ਇਹਨਾਂ ਦੇ ਲਈ ਲੋੜ ਨਹੀਂ, ਕਿਉਂਕਿ ਇਹ ਤਾਂ ਰੋਜ਼ ਵਿਕਦੀਆਂ ਜਾਣੀਆਂ ਨੇ। ਹਾਂਜੀ ਹਾਂ, ਇਹ ਰੋਜ਼ ਵਿਕ ਰਹੀਆਂ ਨੇ। ਆਪਦਾ ਮੰਡੀ ਕਰਨੇ ਦਾ ਪ੍ਰਾਈਵੇਟ ਸਿਸਟਮ ਹੈ ਜੀ ਸਾਰਾ। ਜੇ ਇਹਨਾਂ ਦੇ ਉੱਤੇ ਜਿਵੇਂ ਹਰਿਆਣਾ ਦੇ ਵਿੱਚ ਹੋ ਗਿਆ ਜੀ, ਕੇਰਲਾ ਸਰਕਾਰ ਨੇ ਕਰ ਦਿੱਤਾ, ਜੇ ਇਹ ਕੰਮ ਇਹਨਾਂ ਦੇ ਉੱਤੇ ਹੋ ਜੇ ਤਾਂ ਬਹੁਤ ਵਧੀਆ ਗੱਲ ਹੈ ਜੀ। ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਕਿ ਉਹ ਆਉਣ ਇਸ ਪਾਸੇ ਤੇ ਤੁਸੀਂ ਟ੍ਰੇਨਿੰਗ ਦਿਓਗੇ ਉਹਨਾਂ ਨੂੰ? ਨੌਜਵਾਨਾਂ ਨੂੰ ਮੇਰਾ ਇਹੀ ਸੁਨੇਹਾ ਜੀ, ਤੁਸੀਂ PAU ਨਾਲ ਜੁੜੋ ਜੀ। ਸਭ ਤੋਂ ਪਹਿਲਾਂ ਤਾਂ ਆਪਦੇ KVK ਦੇ ਨਾਲ ਜੁੜੋ, ਜਿਹੜਾ ਤੁਹਾਡੇ ਇਲਾਕੇ ਦਾ। ਉਸ ਤੋਂ ਬਾਅਦ ਤੁਸੀਂ ਜਿਹੜੇ ਉੱਚ ਪੱਧਰ ਦੇ ਕਿਸਾਨ ਨੇ, ਸਕਸੈਸ ਫਾਰਮਰ ਨੇ, ਉਹਨਾਂ ਨਾਲ ਜੁੜੋ, ਪੁੱਛੋ ਉਹਨਾਂ ਤੋਂ ਜਾ ਕੇ ਖੇਤ ਵਿਜ਼ਿਟ ਕਰੋ। ਅਸੀਂ ਬਹੁਤ ਫਿਰੇ ਹਾਂ, ਪਹਿਲਾਂ ਖੇਤ ਵਿਜ਼ਿਟ ਕੀਤੇ ਨੇ, ਲੋਕਾਂ ਦੇ ਸਕਸੈਸ ਫਾਰਮਰ ਨਾਲ ਮੀਟਿੰਗਾਂ ਕੀਤੀਆਂ ਨੇ, ਫਿਰ ਜਾ ਕੇ ਅਸੀਂ ਇਹ ਧੰਦਾ ਅਪਣਾਇਆ ਜੀ। ਮਨੀ ਕਲੇਰ ਜੀ ਬੜੇ ਸੰਤੁਸ਼ਟ ਨੇ, ਉਹਨਾਂ ਦੀ ਗੱਲਬਾਤ ਤੋਂ ਵੀ ਤੁਹਾਨੂੰ ਪਤਾ ਲੱਗ ਚੁੱਕਿਆ ਕਿ ਇਹ ਇੱਕ ਮਾਡਲ ਹੈ। ਤੁਸੀਂ ਛੋਟੇ ਕਿਸਾਨ ਵੀ ਇਹਦੇ ਵਿੱਚ ਆ ਕੇ ਖੇਤੀ ਕਰਕੇ ਆਮਦਨ ਵਧੀਆ ਕਮਾ ਸਕਦੇ ਆ ਤੇ ਇੱਕ ਮਾਡਲ ਬਣ ਸਕਦੇ ਆ। ਮਨੀ ਜੀ ਉਹਦੇ ਲਈ ਸਾਡੇ ਸਾਹਮਣੇ ਇੱਕ ਬਹੁਤ ਵਧੀਆ ਮਾਡਲ ਨੇ। ਆਸ ਕਰਦੇ ਹਾਂ ਕਿ ਨੌਜਵਾਨ ਅੱਗੇ ਆਉਣ, ਸਿਰਫ ਸਰਕਾਰਾਂ ਵੱਲ ਹੀ ਨਾ ਵੇਖਣ, ਆਪ ਵੀ ਹਿੰਮਤ ਕਰਨ ਦੀ ਲੋੜ ਹੈ। ਇਹਨਾਂ ਨੇ ਇੱਥੇ ਲਹਿਰਾ ਗਾਗਾ ਜਿਹੜਾ ਇਲਾਕਾ ਮੰਨਿਆ ਜਾਂਦਾ ਸੀ ਕਿ ਬੈਕਵਰਡ ਇਲਾਕਾ, ਇਹਨਾਂ ਦੇ ਫਾਰਮ ਤੇ ਆਉਂਦਿਆਂ ਸਾਰੀ ਇੰਝ ਲੱਗਦਾ ਤੁਸੀਂ ਕੈਨੇਡਾ ਦੀ ਧਰਤੀ ਤੇ ਆ ਗਏ ਹੋ, ਅਮਰੀਕਾ ਦੀ ਧਰਤੀ ਤੇ ਆ ਗਏ ਹੋ। ਜਿਹੜੇ ਲੋਕੀ ਬਾਹਰ ਹੋ ਕੇ ਆਏ ਆ ਉਹ ਉਸ ਦਾ ਕੰਪੈਰੀਜ਼ਨ ਕਰ ਸਕਦੇ ਆ ਇਸ ਆਸ ਨਾਲ ਕਿ ਸਾਡੇ ਕੁਝ ਨੌਜਵਾਨ ਜ਼ਰੂਰ ਅੱਗੇ ਆਉਣਗੇ। ਕੈਮਰਾਮੈਨ ਅਤੁਲ ਵਰਮਾ ਦੇ ਨਾਲ ਗਲੋਬਲ ਪੰਜਾਬ TV ਲਈ ਮੈਂ ਅਮਰਜੀਤ ਵੜੈਚ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ TV ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।